ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਭਇਆ ਸੰਜੋਗ। ਸੇ ਸੰਜੋਗ ਕਰਹੁ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਸੰਜੋਗ ਕਰਹੁ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਗੁਰਪੂਰਾ ਜਿਨ ਸਿਮਰਿਆ, ਸੇਈ ਭਏ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਜੈਸਾ ਬਾਰਿਕ ਭਾਏ ਸੁਭਾਈ, ਲਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਸੁਖਹੁ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਣ ਵਹੈ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ। ਭੈ ਵਿੱਚ ਪਵਣ ਵਹੈ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ। ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ।
ਭੈ ਵਿੱਚ ਜੋਧ ਮਹਾਬਲ ਸੂਰ। ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ। ਨਾਨਕ ਨਿਰਭਉ ਨਿਰੰਕਾਰ ਸਚ ਏਕ। ਸਗਲਿਆ ਭਉ ਲਿਖਿਆ ਸਿਰ ਲੇਖ। ਨਾਨਕ ਨਿਰਭਉ ਨਿਰੰਕਾਰ ਸਚ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹੈ ਸਦ ਵਾਉ। ਭੈ ਵਿੱਚ ਚੱਲਹਿ ਲਖ ਦਰਿਆਉ। ਮੂੰਹ ਕੁਚ ਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ। ਯੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਧੰਨ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡ ਭਾਗੇ ਹੋ, ਜੋ ਨਿਤ ਦੀ ਮਰਿਆਦਾ ਮੁਤਾਬਕ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸਕਾਰਥਾ ਬਣਾਉਣਾ ਕਰ ਰਹੇ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ, ਜੋ ਇਲਾਹੀ ਬਾਣੀ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਸਰਵਣ ਕਰਨਾ ਕੀਤੇ ਹਨ, ਤਾਂ ਹੁਣ ਸਮਾਂ ਹੈ ਗੁਰ ਸੰਗਤ ਜੀ ਜੋ ਲੜੀਵਾਰ ਕਥਾ ਆਪ ਸ੍ਰੀ ਆਸਾ ਜੀ ਦੀ ਵਾਰ ਦੇ ਸਰਵਣ ਕਰਨਾ ਕਰ ਰਹੇ ਹੋ, ਤਿਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਸਮਾਂ ਹੈ। ਚੱਲਦੇ ਪ੍ਰਸੰਗਾਂ ਦੇ ਪਿਛਲੇ ਦੀਵਾਨਾਂ ਵਿੱਚ ਆਪ ਸਮੂਹ ਸੰਗਤਾਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਰਵਣ ਕਰਨਾ ਕੀਤਾ। ਮਹਾਰਾਜ ਗੁਰ ਸੰਗਤ ਜੀ ਸਮਝਾਉਣਾ ਕਰਦੇ ਨੇ ਕਿ ਜੀਵ ਆਪਣੇ ਆਪਣੇ ਕਰਮਾਂ ਦੇ ਭੋਗਾਂ ਨੂੰ ਭੋਗ ਕਰਕੇ ਫਿਰ ਆਪ ਗੁਰ ਸੰਗਤ ਜੀ ਆਪਣੇ ਅਸਥਾਨਾਂ ਤੇ ਜਾਣਾ ਕਰਦਾ। ਜਿਹੋ ਜਿਹਾ ਕਰਮ ਕਰਦਾ ਹੈ ਉਸੇ ਪ੍ਰਕਾਰ ਦੇ ਨਾਲ ਉਹ ਆਪ ਕਰਮ ਵੀ ਕਰ ਦਿੰਦਾ, ਉਸੇ ਪ੍ਰਕਾਰ ਦਾ ਉਹਨੂੰ ਫਲ ਵੀ ਮਿਲਦਾ ਹੈ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਜਿਸ ਪ੍ਰਕਾਰ ਦੇ ਨਾਲ ਜੀਵ ਕਾਰ ਕਰਨਾ ਕਰਦਾ, ਉਸੇ ਪ੍ਰਕਾਰ ਦੇ ਨਾਲ ਉਹਨੂੰ ਫਲ ਵੀ ਮਿਲਣਾ ਕਰਦਾ ਹੈ। ਤਾਂ ਇਹ ਵਿਚਾਰ ਆਪ ਸਮੂਹ ਸੰਗਤਾਂ ਦੀ ਕਿਰਪਾ ਸਦਕਾ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੇ ਗਏ ਸਨ, ਸਾਂਝੇ ਕੀਤੇ ਗਏ ਸਨ। ਆਓ ਜੋ ਮੁਬਾਰਕ ਬਚਨ ਮਹਾਰਾਜ ਅੱਜ ਬਖਸ਼ ਰਹੇ ਨੇ,
ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਖਸ਼ੋ ਅਸੀਸ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਗੁਰਸੰਗਤ ਜੀ ਮੁਬਾਰਕ ਬਚਨ। ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਮੁੱਚੇ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਬਾਰਕ ਅੰਗ 464 ਦੇ ਉੱਪਰ ਸ਼ਲੋਕ ਮਹੱਲਾ ਪਹਿਲਾ ਜੀਆਂ ਦੇ ਸਿਰਲੇਖ ਹੇਠ ਸੁਭਾਏਮਾਨ ਹਨ। ਮਹਾਰਾਜ ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਫੁਰਮਾਨ ਕਰਨਾ ਕਰਦੇ ਨੇ, ਭੈ ਵਿੱਚ ਪਵਨ ਵਹੈ ਸਦ ਵਾਉ। ਤਾਂ ਆਪ ਸਭ ਕੁਝ ਇਸ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਉਸ ਮਾਲਕ ਦੇ ਭੈ ਵਿੱਚ ਹੀ ਹੋਣਾ ਕਰ ਰਿਹਾ, ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਹੋਣਾ ਕਰ ਰਿਹਾ ਹੈ। ਜਿਸ ਤਰ੍ਹਾਂ ਗੁਰਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਵੀ ਆਪ ਜੀਆਂ ਦੇ ਨਾਲ ਬੇਨਤੀ ਕੀਤੀ ਗਈ ਸੀ ਕਿ ਸਭ ਕੁਝ ਹੀ ਭੈ ਦੇ ਵਿੱਚ ਹੈ। ਘੜੀ ਦੀਆਂ ਸੂਈਆਂ ਵੀ ਗੱਲ ਕਰ ਲਈਏ ਤੇ ਉਹ ਵੀ ਭੈ ਦੇ ਵਿੱਚ ਹੀ ਚੱਲਣਾ ਕਰ ਰਹੀਆਂ ਨੇ। ਐਸੇ ਬਚਨਾਂ ਦੀ ਜਿਹੜੀ ਪ੍ਰੋੜਤਾ ਹੈ ਉਹ ਧੰਨ ਬਾਬਾ ਕਬੀਰ ਸਾਹਿਬ ਜੀਆਂ ਨੇ ਵੀ ਕਰਨਾ ਕੀਤੀ ਹੈ। ਔਰ ਸਮੇਂ ਦੇ ਹੀ ਅਧੀਨ ਇਹ ਮਨੁੱਖ ਵੀ ਆਇਆ ਕਰਦਾ ਹੈ। ਦਿਨ ਤੇ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਤਾਂ ਆਪ ਦਿਨ ਨੇ, ਦਿਨ ਤੇ ਅੱਗੇ ਪਹਿਰ ਆ ਜਾਂਦਾ ਹੈ। ਦਿਨ ਨੂੰ ਪਹਿਰਾਂ ਦੇ ਵਿੱਚ ਵੰਡਿਆ ਜਾਂਦਾ ਹੈ। 3 ਘੰਟੇ ਦਾ ਇੱਕ ਪਹਿਰ ਹੋਇਆ ਕਰਦਾ ਹੈ। ਪਹਿਰ ਤੇ ਘੜੀਆਂ ਆਪ ਕਹਿ ਦੇਣਾ ਕਰਦੇ, ਫਿਰ ਅੱਗੇ ਪਹਿਰ ਤੋਂ ਅੱਗੇ ਘੜੀਆਂ ਹੋਇਆ ਕਰਦੀਆਂ ਨੇ। 24 ਮਿੰਟ ਦੀ ਇੱਕ ਘੜੀ ਹੋਇਆ ਕਰਦੀ ਹੈ। ਤਾਂ ਆਪ ਆਖਣ ਲੱਗੇ ਮਹਾਰਾਜ ਕਿ ਘੜੀ ਜੋ ਹੈ ਇਹ ਵੀ ਭੈ ਦੇ ਵਿੱਚ ਹੈ। ਮਨੁੱਖ ਵੀ ਅੱਗੇ ਭੈ ਦੇ ਵਿੱਚ ਹੋਇਆ ਕਰਦਾ ਹੈ, ਕਿਉਂਕਿ ਮਨੁੱਖ ਵੀ ਕਾਲ ਦੇ ਅਧੀਨ ਹੈ। ਸਮੇਂ ਦੇ ਨਾਲ ਇਹਨੇ ਖਤਮ ਹੋ ਜਾਣਾ, ਨਾਸ਼ ਹੋ ਜਾਣਾ, ਤਾਂ ਉਹ ਵੀ ਭੈ ਦੇ ਵਿੱਚ ਹੀ ਹੈ। ਤਾਂ ਜਿਹੜੀ ਹਵਾ ਹੈ ਉਹ ਵੀ ਭੈ ਦੇ ਵਿੱਚ ਹੀ ਵਗਣਾ ਕਰਦੀ ਹੈ। ਤਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਵੀ ਇੱਕ ਗੱਲ ਕਹਿਣਾ ਕਰਦੇ ਸਨ, ਜਿਸ ਇਨਸਾਨ ਦੇ ਅੰਦਰ ਜਦੋਂ ਭੈ ਨਾ ਹੋਵੇ ਨਾ, ਉਹ ਇਨਸਾਨ ਆਪਣੀ ਰੱਖਿਆ ਵੀ ਨਹੀਂ ਕਰ ਸਕਦਾ। ਹਰ ਇਨਸਾਨ ਨੂੰ ਆਪਣਾ ਆਪਣਾ ਭੈ ਹੈ, ਆਪਣੀ ਜਾਨ ਬਚਾਉਣ ਦਾ, ਜਾਨ ਗੁਆਚਣ ਦਾ ਭੈ ਹੈ। ਔਰ ਜਿਹਨੂੰ ਭੈ ਹੁੰਦਾ ਹੈ ਉਹ ਆਪਣੀ ਰੱਖਿਆ ਵੀ ਕਰਨਾ ਕਰਦਾ ਹੈ। ਜਦੋਂ ਇੱਕ ਵਾਰ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦਾ ਜੰਗ ਹੋ ਰਿਹਾ ਗੁਰਸੰਗਤ ਜੀ, ਤੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਹਿ ਦੇਣਾ ਕੀਤਾ ਕਿ ਬਈ ਸਿੱਖੋ, ਅੱਗੇ ਵੱਧ ਕੇ ਨਾ ਲੜਿਆ ਜੇ, ਬੰਦੂਕਾਂ ਗੋਲੀਆਂ ਭਾਵੇਂ ਚਲਾਇਆ ਜੇ, ਕਿਉਂਕਿ
ਦੁਸ਼ਮਣ ਹੋਵੇ ਤੇ ਦੁਸ਼ਮਣ ਦਾ ਸਿਰਫ ਵਾਰ ਝੱਲ ਜਾਣਾ, ਇਹ ਵੀ ਸਹੀ ਨਹੀਂ। ਮਹਾਰਾਜ ਨੇ ਕਿਹਾ ਕਿ ਸਭ ਕੁਝ ਕਰਨ ਤੋਂ ਬਾਅਦ ਜੇ ਸ੍ਰੀ ਵਾਹਿਗੁਰੂ ਜੇ ਸ੍ਰੀ ਸਾਹਿਬ ਨੂੰ ਹੱਥ ਪਾਉਣੇ ਵੀ ਪੈ ਜਾਣ ਨਾ, ਤੇ ਫਿਰ ਉਹ ਧਰਮ ਹੀ ਹੋਇਆ ਕਰਦਾ ਹੈ। ਤਾਂ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਕਹਿ ਦੇਣਾ ਕੀਤਾ ਕਿ ਬਈ ਅੱਗੇ ਨਾ ਵਧਿਆ ਜੇ, ਤੇ ਗੋਲੀਆਂ ਬੰਦੂਕਾਂ ਜੇ ਚਲਾਣੀਆਂ ਪੈਣ ਤੇ ਚਲਾ ਜਾਣਾ ਕਰਿਆ ਜੇ। ਪਰ ਉਸ ਸਮੇਂ ਕਿਉਂਕਿ ਮਹਾਰਾਜ ਦੇ ਖਾਲਸੇ ਦਾ ਹੱਲਾ ਬੜਾ ਤਕੜਾ ਹੋ ਗਿਆ ਸੀ। 22 ਧਾਰ ਦੇ ਪਹਾੜੀ ਰਾਜਿਆਂ ਉੱਪਰ, ਤੁਰਕ ਫੌਜਾਂ ਦੇ ਉੱਪਰ, ਜਾਂ ਕਹਿ ਲਈਏ ਗੁੱਜਰਾਂ ਤੇ ਰੰਗੜਾਂ ਉੱਪਰ ਬੜਾ ਭਾਰੀ ਤਕੜਾ ਹੱਲਾ ਮਹਾਰਾਜ ਨੇ ਦੇ ਸਿੱਖਾਂ ਨੇ ਕਰਨਾ ਕੀਤਾ, ਤੇ ਉਹਨਾਂ ਦੇ ਪੈਰ ਉਖੜ ਗਏ। ਪਰ ਮਹਾਰਾਜ ਨੇ ਦੇਖਿਆ ਕਿ ਬਈ ਸਾਡਾ ਖਾਲਸਾ ਜਿਹੜਾ ਹੈ ਉਹ ਸਾਡਾ ਹੁਕਮ ਨਹੀਂ ਮੰਨ ਰਿਹਾ, ਤੇ ਮਹਾਰਾਜ ਜੰਗ ਵਿੱਚੋਂ ਜਾਣਾ ਕਰ ਰਹੇ ਨੇ। ਹੁਣ ਜੇ ਫੌਜ ਦੇ ਜਰਨੈਲ ਹੀ ਚਲੇ ਜਾਣ ਤਾਂ ਫਿਰ ਫੌਜ ਦਾ ਹੌਸਲਾ ਉਦਾਂ ਹੀ ਟੁੱਟ ਜਾਂਦਾ ਹੈ। ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਜੰਗ ਵਿੱਚੋਂ ਜਾਣਾ ਕੀਤੇ ਨੇ, ਤੇ 22 ਧਾਰ ਦੇ ਪਹਾੜੀ ਰਾਜੇ, ਤੁਰਕ ਫੌਜਾਂ, ਸਾਰਾ ਦੁਸ਼ਮਣਾਂ ਦਾ ਦਲ ਮਹਾਰਾਜ ਦੇ ਪੰਥ ਖਾਲਸੇ ਉੱਪਰ ਫੇਰ ਚੜ ਕੇ ਆ ਗਿਆ। ਪੰਥ ਖਾਲਸੇ ਨੂੰ ਵੀ ਬੜੀ ਚੋਟ ਲੱਗੀ। ਹੁਣ ਚੋਟ ਤੇ ਲੱਗਣੀ ਸੀ ਨਾ, ਕਿਉਂਕਿ ਗੁਰੂ ਮਹਾਰਾਜ ਤੋਂ ਦੂਰ ਹੋ ਗਏ। ਗੁਰੂ ਮਹਾਰਾਜ ਜੀਆਂ ਦੀ ਨਾਰਾਜ਼ਗੀ ਲੈ ਲਈ ਤਾਂ ਫੇਰ ਚੋਟ ਤੇ ਲੱਗਣੀ ਸੀ। ਤੇ ਗੁਰਸੰਗਤ ਜੀ ਗੁਰੂ ਮਹਾਰਾਜ ਦੇ ਸਿੱਖ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦੇ ਕੋਲ ਗਏ ਨੇ, ਨਾਲ ਬੇਨਤੀਆਂ ਕਰਨਾ ਕੀਤੀਆਂ, ਮਹਾਰਾਜ ਕਿਹੜੀ ਗਲਤੀ ਹੋ ਗਈ ਆਪ ਜੀਆਂ ਦੇ ਪੰਥ ਖਾਲਸੇ ਕੋਲੋਂ, ਕਿਹੜੀ ਖਤਾ ਆਪ ਜੀਆਂ ਨੇ ਪੰਥ ਖਾਲਸੇ ਦੇ ਗਲ ਵਿੱਚ ਪਾਈ ਹੈ। ਤਾਂ ਮਹਾਰਾਜ ਕਹਿਣ ਲੱਗੇ ਤੁਸੀਂ ਹੁਕਮ ਹੀ ਨਹੀਂ ਮੰਨਿਆ ਸਾਡਾ, ਤੇ ਫਿਰ ਗੁਰੂ ਦੀ ਖੁਸ਼ੀ ਕਿੱਦਾਂ ਪ੍ਰਾਪਤ ਹੋਵੇਗੀ। ਤੇ ਮਹਾਰਾਜ ਦੇ ਸਿੱਖ ਜਦੋਂ ਸ੍ਰੀ ਆਨੰਦਪੁਰ ਸਾਹਿਬ ਜੀਆਂ ਦੇ ਅਸਥਾਨਾਂ ਤੇ ਜਾਣਾ ਕੀਤੇ ਨੇ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੂੰ ਆਖਣਾ ਕਰਦੇ, ਮਹਾਰਾਜ ਇਹ ਸਾਰੇ ਤੁਰਕ ਫੌਜਾਂ ਨੇ ਸਾਡੇ ਕੋਲੋਂ ਸਭ ਕੁਝ ਹੀ ਲੈ ਲਿਆ। ਜਦੋਂ ਗੁਰੂ ਮਹਾਰਾਜ ਕੋਲ ਹੋਣ ਨਾ, ਤੇ ਫਿਰ ਸਭ ਕੁਝ ਹੀ ਕੋਲ ਹੈ। ਪਰ ਜੇ ਗੁਰੂ ਮਹਾਰਾਜ ਕੋਲ ਨਹੀਂ, ਸਮਝ ਲੈਣਾ ਕਰੋ ਕੁਝ ਵੀ ਕੋਲ ਨਹੀਂ ਹੈ। ਤਾਂ ਫਿਰ ਮਹਾਰਾਜ ਕਹਿਣ ਲੱਗੇ, ਗੁਰੂ ਕੇ ਪਿਆਰ ਵਾਲਿਓ, ਜਿੱਦਾਂ ਤੁਸੀਂ ਸਾਡੇ ਅੰਦਰ ਹੋ ਨਾ, ਤੁਸੀਂ ਸਾਡੇ ਹੁਕਮਾਂ ਦੇ ਅਧੀਨ ਹੋ, ਤੁਸੀਂ ਸਾਡੇ ਭੈ ਦੇ ਅਧੀਨ ਹੋ, ਉਸੇ ਪ੍ਰਕਾਰ ਦੇ ਨਾਲ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਦੇ ਅਧੀਨ ਹਾਂ, ਡਰ ਦੇ ਅਧੀਨ ਹਾਂ। ਤਾਂ ਗੁਰਸੰਗਤ ਜੀ ਗੁਰੂ ਮਹਾਰਾਜ ਜੀਆਂ ਦੇ ਸਿੱਖਾਂ ਨੇ, ਪੰਥ ਖਾਲਸੇ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਤੋਂ ਖਿਮਾ ਵੀ ਮੰਗਣਾ ਕੀਤੀ। ਜਦੋਂ ਖਿਮਾ ਮੰਗੀ ਤੇ ਉਧਰੋਂ ਗੁਰਸੰਗਤ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਆਖ ਦੇਣਾ ਕੀਤਾ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅਧੀਨ ਹਾਂ, ਉਸੇ ਪ੍ਰਕਾਰ ਨਾਲ ਜਿੱਦਾਂ ਤੁਸੀਂ ਸਾਡੇ ਅਧੀਨ ਸਾਡਾ ਡਰ ਰੱਖਦੇ ਹੋ। ਕਿਉਂਕਿ ਗੁਰੂ ਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ ਕਿ ਜੇ ਸਿੱਖ ਹੁਕਮ ਦੀ ਅਦੂਲੀ ਵੀ ਕਰ ਦਿੰਦਾ ਹੈ ਨਾ, ਪਰ ਜੇ ਗੁਰੂ ਦਾ ਸਿੱਖ ਨਿਮਾਣਾ ਹੋ ਕਰਕੇ, ਨਿਤਾਣਾ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਕੋਲ, ਕਲਗੀਧਰ ਪਾਤਸ਼ਾਹ ਜੀਆਂ ਦੇ ਕੋਲ ਆਵੇ, ਤੇ ਗੁਰੂ ਮਹਾਰਾਜ ਬਖਸ਼ਿੰਦ ਵੀ ਬੜੇ ਨੇ, ਪਲ ਦੇ ਵਿੱਚ ਬਖਸ਼ ਵੀ ਦਿਆ ਕਰਦੇ ਨੇ। ਤਾਂ ਮਹਾਰਾਜ
ਕਲਗੀਧਰ ਪਾਤਸ਼ਾਹ ਜੀਆਂ ਨੇ ਇਹ ਬਚਨ ਸਿੱਖਾਂ ਨੂੰ ਸੁਣਾਉਣਾ ਕੀਤੇ ਕਿ ਸਿੱਖੋ, ਜਿੱਦਾਂ ਤੁਸੀਂ ਸਾਡੇ ਅਧੀਨ ਹੋ, ਸਾਡਾ ਭੈ ਮੰਨ ਰਹੇ ਹੋ ਨਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਭੈ ਮੰਨਦੇ ਹਾਂ। ਗੁਰੂ ਮਹਾਰਾਜ ਜੀਆਂ ਨੇ ਇਹ ਬਚਨ ਜਿਹੜੇ ਸਨ ਜੋ ਅੱਜ ਮਹਾਰਾਜ ਨੇ ਬਖਸ਼ੇ ਨੇ, ਸ਼ਲੋਕ ਮਹੱਲਾ ਪਹਿਲਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਇਹ ਬਚਨ ਮਹਾਰਾਜ ਨੇ ਸਿੱਖਾਂ ਨੂੰ ਵੀ ਪੜ੍ਹ ਕੇ ਸੁਣਾਉਣਾ ਕੀਤੇ ਸਨ ਤੇ ਨਾਲ ਕਹਿ ਦੇਣਾ ਕੀਤਾ ਸੀ। ਸਿੰਘਾਂ ਦੇ ਹੌਸਲੇ ਮੁਰਝਾਏ ਹੋਏ ਸਨ, ਕਿਉਂਕਿ ਸਭ ਕੁਝ ਤੁਰਕ ਫੌਜਾਂ 22 ਧਾਰ ਦੇ ਪਹਾੜੀ ਰਾਜੇ ਲੈ ਕਰਕੇ ਚਲੇ ਗਏ ਸਨ। ਤਾਂ ਮਹਾਰਾਜ ਨੇ ਕਹਿਣਾ ਕੀਤਾ, ਜਿਹੜਾ ਇਹਨਾਂ ਸਭ ਕੁਝ ਤੁਹਾਡੇ ਕੋਲੋਂ ਲੈ ਕੇ ਜਾਣਾ ਕੀਤਾ ਹੈ ਨਾ, ਇਹ ਤੁਹਾਨੂੰ ਮਿਲ ਜਾਵੇਗਾ। ਤੁਸੀਂ ਦੁਬਾਰਾ ਦਾਸ ਨੂੰ ਹੁਣ ਅਸਥਾਨਾਂ ਜੀਆਂ ਦੇ ਨਾਮ ਤੇ ਵਿਸਰ ਗਏ ਗੁਰਸੰਗਤ ਜੀ, ਪਰ ਗੁਰੂ ਮਹਾਰਾਜ ਦੇ ਹੁਕਮਾਂ ਨਾਲ ਜਦੋਂ ਪੰਥ ਖਾਲਸੇ ਨੇ ਫਿਰ ਦੁਬਾਰਾ ਹਮਲਾ ਕਰਨਾ ਕੀਤਾ ਨਾ, ਤੇ ਉਦੋਂ ਜੋ ਸਾਰਾ ਸਮਾਨ ਇਹ ਤੁਰਕ ਫੌਜਾਂ 22 ਧਾਰ ਦੇ, ਇਹ ਵਾਹਿਗੁਰੂ, ਇਹ 22 ਧਾਰ ਦੇ ਪਹਾੜੀ ਰਾਜੇ ਲੈ ਕਰਕੇ ਜਾਣਾ ਕਰ ਰਹੇ ਸਨ, ਉਹ ਸਿੱਖ ਪੰਥ ਖਾਲਸੇ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਦੁਬਾਰਾ ਪ੍ਰਾਪਤ ਕਰ ਲਿਆ। ਤਾਂ ਮਹਾਰਾਜ ਕਹਿਣ ਲੱਗੇ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਵਿੱਚ ਹਾਂ, ਜਿੱਦਾਂ ਤੁਸੀਂ ਸਾਡੇ ਭੈ ਵਿੱਚ ਹੋ, ਅਸੀਂ ਉਹਨਾਂ ਦੇ ਭੈ ਵਿੱਚ ਹਾਂ। ਸੰਸਾਰ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ ਉਹ ਸਾਰੀਆਂ ਹੀ ਗੁਰੂ ਮਹਾਰਾਜ ਦੇ ਭੈ ਵਿੱਚ ਚੱਲਣਾ ਕਰ ਰਹੀਆਂ ਨੇ, ਭਾਵੇਂ ਉਹ ਹਵਾ ਹੋਵੇ, ਭਾਵੇਂ ਉਹ ਕੁਝ ਹੋਰ ਹੋਵੇ, ਹਰ ਇੱਕ ਦੀ ਆਪਣੀ ਮਰਿਆਦਾ ਹੈ। ਜਿੱਦਾਂ ਗੁਰਸੰਗਤ ਜੀ ਕੱਲ ਵੀ ਆਪ ਜੀਆਂ ਦੇ ਨਾਲ ਵਿਚਾਰ ਹੋਈ ਸੀ, ਸਭ ਕੁਝ ਹੀ ਭੈ ਦੇ ਵਿੱਚ ਹੈ। ਹਵਾ ਭੈ ਦੇ ਵਿੱਚ ਹੈ, ਗੁਰੂ ਦੇ ਹੁਕਮ ਅਨੁਸਾਰੀ ਹੈ। ਜਿਸ ਇਨਸਾਨ ਦਾ ਜੀਵਨ ਮਰਿਆਦਾ ਦੇ ਵਿੱਚ ਨਹੀਂ ਹੈ, ਉਹ ਇਨਸਾਨ ਹੀ ਨਹੀਂ ਹੋਇਆ ਕਰਦਾ, ਤੇ ਜਿਹਦਾ ਜੀਵਨ ਮਰਿਆਦਾ ਵਿੱਚ ਹੈ ਉਹ ਇਨਸਾਨ ਸਫਲਤਾ ਦੀਆਂ ਉਚਾਈਆਂ ਨੂੰ ਛੂ ਜਾਇਆ ਕਰਦਾ ਹੈ। ਤਾਂ ਮਹਾਰਾਜ ਕਹਿਣਾ ਕਰਦੇ, ਹਵਾ ਵੀ ਭੈ ਵਿੱਚ ਵਗ ਰਹੀ ਹੈ। ਜੇ ਹਵਾ ਭੈ ਦੇ ਵਿੱਚ ਨਾ ਹੋਵੇ ਤਾਂ ਫਿਰ ਬੜੀ ਵੱਡੀ ਤਬਾਹੀ ਮਚਾ ਸਕਦੀ ਹੈ। ਹਵਾ ਹੌਲੀ ਵਗਣਾ ਕਰਦੀ ਤੇ ਸਾਨੂੰ ਸਾਰਿਆਂ ਨੂੰ ਬੜਾ ਹੀ ਚੰਗੀ ਲੱਗਦੀ ਹੈ, ਬੜੀ ਸੋਹਣੀ ਲੱਗਦੀ ਹੈ। ਪਰ ਜੇ ਹਵਾ ਤੇਜ਼ ਵੇਗ ਦੇ ਨਾਲ ਵਹਿਣਾ ਕਰੇ, ਤਬਾਹੀ ਕਿੱਦਾਂ ਮਚਾਵੇਗੀ। ਦੇਖਿਓ, ਵੱਡੇ ਤੋਂ ਵੱਡੇ ਦਰਖਤ ਵੀ ਹੋਇਆ ਕਰਨ ਨਾ, ਜਦੋਂ ਹਨੇਰੀ ਆਇਆ ਕਰਦੀ ਹੈ ਤੇ ਵੱਡੇ ਤੋਂ ਵੱਡੇ ਦਰਖਤ ਵੀ ਪੁੱਟੇ ਜਾਂਦੇ ਨੇ। ਗੁਰੂ ਦੇ ਹੁਕਮ ਤੋਂ ਬਿਨਾ, ਗੁਰੂ ਦੇ ਭੈ ਤੋਂ ਬਿਨਾ ਸਿੱਖ ਵੀ ਐਸਾ ਹੀ ਹੈ। ਭੈ ਵਿੱਚ ਚੱਲਹਿ ਲੱਖ ਦਰਿਆਓ, ਤਾਂ ਭੈ ਦੇ ਵਿੱਚ ਲੱਖਾਂ ਹੀ ਦਰਿਆ ਜਿਹੜੇ ਨੇ ਉਹ ਵੀ ਚੱਲਣਾ ਕਰਦੇ ਨੇ। ਧੰਨ ਬਾਬਾ ਫਰੀਦ ਸਾਹਿਬ ਜੀ, ਤਿਨਾਂ ਦੇ ਵੇਲੇ ਦੀ ਇੱਕ ਸਾਖੀ ਹੈ ਗੁਰਸੰਗਤ ਜੀ। ਇੱਕ ਦਰਿਆ ਸਿੰਧ ਸੀ। ਹੁਣ ਉਹ ਦਰਿਆ ਸਿੰਧ ਇੰਨਾ ਜ਼ਿਆਦਾ ਤੇਜ਼ ਵੇਗ ਦੇ ਨਾਲ ਵਹਿਣਾ ਕਰੇ ਕਿ ਸਾਰਿਆਂ ਨੇ ਆਖ ਦੇਣਾ ਕੀਤਾ, ਧੰਨ ਬਾਬਾ ਫਰੀਦ ਸਾਹਿਬ ਜੀ, ਆਪ ਜੀਆਂ ਦਾ ਜਿਹੜੇ ਅਸਥਾਨ ਨੇ ਨਾ, ਇਹਨਾਂ ਨੂੰ ਵੀ ਬੜੀ ਢਾਲ ਲੱਗੇਗੀ ਜੇ ਇਹ ਦਰਿਆ ਜਿਹੜਾ ਹੈ ਇਹ ਇਸ ਵੇਗ ਦੇ ਨਾਲ ਵਗਦਾ ਰਿਹਾ। ਤਾਂ ਆਪ ਮਹਾਰਾਜ ਦੇ ਪਿਆਰਿਆਂ ਨੇ ਬਚਨ ਉਚਾਰਨ ਕਰਨਾ ਕੀਤੇ ਨੇ, ਦਰਿਆ ਫਿਰ ਤੇਜ਼। ਪਰ ਜਦੋਂ
ਸੰਗਤ ਨੇ ਆਪ ਪਰਮੇਸ਼ਰ ਅੱਗੇ ਬੇਨਤੀਆਂ ਕਰਨਾ ਕੀਤੀਆਂ ਤਾਂ ਫਿਰ ਦਰਿਆ ਦਾ ਜਿਹੜਾ ਜਲ ਹੈ ਉਹ ਸੀਮਿਤ ਦਾਇਰੇ ਦੇ ਵਿੱਚ ਹੋ ਗਿਆ। ਤਾਂ ਆਪ ਕਹਿਣਾ ਕਰਦੇ ਨੇ ਮਹਾਰਾਜ ਕਿ ਭਈ ਜਿਹੜਾ ਦਰਿਆ ਹੈ ਨਾ, ਜਿਹੜਾ ਜਲ ਹੈ ਉਹ ਵੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਵਗਣਾ ਕਰਦਾ ਹੈ। ਸਭ ਕੁਝ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਹੁਕਮਾਂ ਅੰਦਰ ਵਗਣਾ ਕਰ ਰਿਹਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਤਾਂ ਇਹ ਦਰਿਆ ਵੀ ਜਿਹੜਾ ਹੈ ਉਹ ਹੁਕਮ ਦੇ ਅੰਦਰ, ਭਾਣੇ ਦੇ ਅੰਦਰ ਆਪ ਵਰਤਣਾ ਕਰ ਰਿਹਾ ਹੈ। 7 ਪ੍ਰਕਾਰ ਦਾ ਭੈ ਹੋਇਆ ਕਰਦਾ ਹੈ, ਡਰ ਹੋਇਆ ਕਰਦਾ ਹੈ। ਕੁਦਰਤ ਦੀ ਹਰ ਚੀਜ਼ ਉਸ ਮਾਲਕ ਦੇ ਭੈ ਵਿੱਚ ਚੱਲਣਾ ਕਰ ਰਹੀ ਹੈ, ਵਰਤਣਾ ਕਰ ਰਹੀ ਹੈ। ਹਾਂ, ਭੈ ਉਹਨਾਂ ਨੂੰ ਨਹੀਂ ਹੁੰਦਾ ਜਿਹੜੇ ਉਸ ਮਾਲਕ ਦੇ ਭੈ ਦੇ ਵਿੱਚ ਚੱਲਣਾ ਕਰਦੇ ਨੇ, ਉਹਨਾਂ ਨੂੰ ਦੁਨੀਆ ਦਾ ਕੋਈ ਭੈ ਨਹੀਂ ਹੋਇਆ ਕਰਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। 7 ਪ੍ਰਕਾਰ ਦਾ ਭੈ ਹੋਇਆ ਕਰਦਾ ਹੈ। ਇੱਕ ਯਹ ਭੈ ਹੈ, ਇੱਕ ਅਕਸ ਮਾਤਰ ਭੈ ਹੈ, ਇੱਕ ਪ੍ਰਲੋਕ ਦਾ ਭੈ ਹੋਇਆ ਕਰਦਾ ਹੈ। ਪ੍ਰਲੋਕ ਦੇ ਵਿੱਚ ਮਿਲਣ ਵਾਲੀਆਂ ਸਜ਼ਾਵਾਂ ਦਾ ਭੈ। ਜੇ ਇਨਸਾਨ ਇਸ ਮਾਤ ਲੋਕ ਦੇ ਵਿੱਚ ਆ ਕਰਕੇ ਕੋਈ ਮਾੜਾ ਕਰਮ ਕਰਨਾ ਕਰਦਾ ਤੇ ਗੁਰਸੰਗਤ ਜੀ ਉਹਨੂੰ ਪਰਲੋਕ ਦੇ ਵਿੱਚ ਮਿਲਣ ਵਾਲੀਆਂ ਸਜ਼ਾਵਾਂ ਦਾ ਵੀ ਭੈ ਹੋਇਆ ਕਰਦਾ ਹੈ। ਕਿਉਂਕਿ ਮਾੜੇ ਕਰਮ ਦਾ ਨਤੀਜਾ ਮਾੜਾ ਹੋਇਆ ਕਰਦਾ ਹੈ। ਸੋ ਪਰਲੋਕ ਦੇ ਵਿੱਚ ਮਿਲਣ ਵਾਲੀਆਂ ਸਜ਼ਾਵਾਂ ਦਾ ਵੀ ਭੈ ਹੋਇਆ ਕਰਦਾ ਹੈ। ਇੱਕ ਇਹ ਭੈ ਹੈ ਜੰਗਲੀ ਜਾਨਵਰਾਂ ਦਾ ਭੈ ਹੋਇਆ ਕਰਦਾ। ਇੱਕ ਭੈ ਹੁੰਦਾ ਹੈ ਕਿ ਅਸੀਂ ਸੜਕ ਦੇ ਉੱਤੇ ਜਾਣਾ ਕਰੀਏ, ਕੋਈ ਦੁਰਘਟਨਾ ਨਾ ਹੋ ਜਾਵੇ, ਇਸ ਦਾ ਵੀ ਭੈ ਹੋਇਆ ਕਰਦਾ ਹੈ। ਤਾਂ ਭੈ ਵਿਦਵਾਨਾਂ ਵੱਲੋਂ 7 ਪ੍ਰਕਾਰ ਦਾ ਦੱਸਿਆ ਗਿਆ। ਧੰਨ ਬਾਬਾ ਗੁਰਦਾਸ ਜੀਆਂ ਨੇ ਆਖ ਦੇਣਾ ਕੀਤਾ ਕਿ ਇੱਕ ਭੈ ਹੋਰ ਹੈ। ਨਮਸਕਾਰ ਗੁਰਦੇਵ ਕੋ ਸਤਨਾਮ ਪੜ ਮੰਤਰ ਸੁਣਾਇਆ, ਭਵਜਲ ਵਿੱਚ ਹੋ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ। ਤਾਂ ਇੱਕ ਭੈ ਆਪ ਜੀਆਂ ਨੇ ਕਹਿਣਾ ਕੀਤਾ, ਜਨਮ ਮਰਨ ਭਉ ਮੇਟੀਐ, ਵਿੱਚ ਹੋ ਸੰਸਾਹ ਆਪ, ਵਿੱਚ ਹੋ ਸੰਸਾਰ ਵਿਯੋਗ ਮਿਟਾਇਆ। ਤਾਂ ਆਪ ਇੱਕ ਜਨਮ ਮਰਨ ਦਾ ਵੀ ਭੈ ਹੋਇਆ ਕਰਦਾ ਹੈ। ਜਮ ਕਰਕੇ ਫਿਰ ਮਰਨਾ, ਫਿਰ ਆਪ ਕਰਮਾਂ ਮੁਤਾਬਕ ਜੀਵ ਨੂੰ ਸਜ਼ਾ ਵੀ ਮਿਲਦੀ। ਜਨਮ ਮਰਨ ਦਾ ਵੀ ਭੈ ਹੋਇਆ ਕਰਦਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਭਇਆ ਦੇਸ ਲੰਮੈ। ਤਾਂ ਜਨਮ ਮਰਨ ਦਾ ਵੀ ਭੈ ਹੋਇਆ ਕਰਦਾ ਹੈ। ਤਾਂ ਮਹਾਰਾਜ ਕਹਿਣਾ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਵਿੱਚ, ਡਰ ਵਿੱਚ ਲੱਖਾਂ ਦਰਿਆ ਵੀ ਵਗਣਾ ਕਰ ਰਹੇ ਨੇ। ਭੈ ਵਿੱਚ ਅਗਨ ਕਢੈ ਵੇਗਾਰ। ਤਾਂ ਜੋ ਅਗ ਹੈ ਇਹ ਵੀ ਮਹਾਰਾਜ ਦੇ ਭੈ ਵਿੱਚ ਹੀ ਵਰਤਣਾ ਕਰ ਰਹੀ ਹੈ। ਅਸਲ ਦੇ ਵਿੱਚ ਅੱਗ ਦਾ ਜੋ ਚੱਲਣਾ ਹੈ ਉਹ ਲਾਟਾਂ ਉੱਪਰ ਨੂੰ ਕਿਉਂ ਹੋਇਆ ਕਰਦੀਆਂ ਨੇ। ਅੱਗ ਵੀ ਚਾਹਣਾ ਕਰਦੀ ਹੈ ਕਿ ਮੈਨੂੰ ਮੇਰੇ ਕੇਂਦਰ ਦਾ ਮਿਲਾਪ ਹਾਸਲ ਹੋਵੇ। ਸੂਰਜ ਅਸਲ ਦੇ ਵਿੱਚ ਉੱਪਰ ਹੈ ਨਾ, ਅੱਗ ਮਿਲਣਾ ਚਾਹੁੰਦੀ ਹੈ। ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ
ਤੇ ਸੱਚ ਵੀ ਹੈ। ਧਰਮ ਦੇ ਵਿੱਚ ਵੀ ਇਹ ਗੱਲ ਮੰਨੀ ਗਈ ਕਿ ਅੱਗ ਵੀ ਚਾਹੁੰਦੀ ਕਿ ਵੀ ਮੇਰਾ ਮਿਲਾਪ ਪਤੀ ਦੇ ਨਾਲ ਹੋਵੇ। ਹੁਣ ਅੱਗ ਦਾ ਮਿਲਾਪ ਪਤੀ ਦੇ ਨਾਲ ਕਿੱਦਾਂ? ਅੱਗ ਦਾ ਜਿਹੜਾ ਪਤੀ ਹੈ ਉਹ ਸੂਰਜ ਹੈ। ਸੂਰਜ ਦੇ ਵਿੱਚ ਅੱਗ ਹੈ ਤੇ ਤਾਂ ਹੀ ਉਹ ਸਾਰਿਆਂ ਨੂੰ ਰੋਸ਼ਨੀ ਦੇਣਾ ਕਰ ਰਿਹਾ ਹੈ ਗੁਰੂ ਦੀ ਕਿਰਪਾ ਨਾਲ। ਸੋ ਅੱਗ ਚਾਹੁੰਦੀ ਹੈ ਕਿ ਗੁਰਸੰਗਤ ਜੀ ਮੇਰਾ ਵੀ ਮਿਲਾਪ ਸੂਰਜ ਨਾਲ ਹੋਵੇ, ਤਾਂ ਫਿਰ ਉਹਦੀਆਂ ਲਾਟਾਂ ਉੱਪਰ ਨੂੰ ਹੋਇਆ ਕਰਦੀਆਂ, ਕਿਉਂਕਿ ਸੂਰਜ ਉੱਪਰ ਹੈ। ਤਾਂ ਮਹਾਰਾਜ ਕਹਿੰਦੇ ਅੱਗ ਦਾ ਸੁਭਾਅ ਕੀ ਹੈ? ਅੱਗ ਦਾ ਸੁਭਾਅ ਹੈ ਗਰਮ ਕਰਨਾ। ਤੇ ਜੇ ਅੱਗ ਆਪਣਾ ਸੁਭਾਅ ਬਦਲ ਲਵੇ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਕਿਰਿਆਵਾਂ ਰੁਕ ਜਾਣ। ਸੋ ਆਪ ਕਹਿਣਾ ਕਰਦੇ ਨੇ ਮਹਾਰਾਜ ਕਿ ਅੱਗ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਹੁਕਮਾਂ ਅਧੀਨ ਹੈ। ਪਰਮੇਸ਼ਰ ਨੇ ਅੱਗ ਨੂੰ ਹੁਕਮ ਕਰਨਾ ਕੀਤਾ ਹੈ। ਅਗਨ ਬੈਸੰਤਰ ਦੇਵਤੇ ਨੂੰ ਹੁਕਮ ਕਰਨਾ ਕੀਤਾ ਕਿ ਬਈ ਤੂੰ ਵਸਤੂਆਂ ਨੂੰ ਗਰਮ ਕਰਨਾ ਹੈ, ਤੇ ਉਹਦਾ ਸੁਭਾਅ ਜਿਹੜਾ ਹੈ ਉਹ ਆਪ ਗਰਮ ਕਰਨ ਦਾ ਹੋ ਗਿਆ। ਭੈ ਵਿੱਚ ਅਗਨ ਕੱਢੈ ਵੇਗਾਰ, ਤਾਂ ਫਿਰ ਅੱਗ ਵੀ ਭੈ ਦੇ ਵਿੱਚ ਵਰਤਣਾ ਕਰ ਰਹੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਅਨੇਕਾਂ ਜੀਵਾਂ ਦੇ ਭੈ ਅਨੇਕਾਂ ਜੀਵਾਂ ਦੇ ਭਾਰ ਹੇਠ ਇਹ ਧਰਤੀ ਵੀ ਦੱਬੀ ਹੋਈ। ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿਣਾ ਕਰਦੇ ਨੇ ਧਰਤੀ ਨੂੰ ਅਨੇਕ ਜੀਵ ਵੀ ਇਸ ਸੰਸਾਰ ਦੇ ਉੱਤੇ ਭਾਰੀ ਨਹੀਂ ਲੱਗਦੇ। ਤਾਂ ਭਾਰੀ ਉਹਨਾਂ ਨੂੰ ਕਿਹੜੇ ਲੱਗਦੇ ਨੇ? ਜਿਹੜੇ ਨਾ ਤਿਸ ਭਾਰੇ ਪਰਬਤਾ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ, ਭਾਰੇ ਭੋਏ ਅਕ੍ਰਿਤ ਘਣ ਮੰਦੀ ਹੂੰ ਮੰਦੇ। ਆਪ ਕਹਿਣਾ ਕਰਦੇ ਨੇ ਧਰਤੀ ਨੂੰ ਉਹ ਜੀਵ ਭਾਰੇ ਲੱਗਦੇ ਨੇ ਜਿਹੜੇ ਆਪ ਅਕਿਰਤ ਘਣ ਨੇ, ਜਿਹੜੇ ਨਾ ਸ਼ੁਕਰੇ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਾ ਨਾਮ ਨਹੀਂ ਜਪਣਾ ਕਰਦੇ, ਉਹ ਧਰਤੀ ਨੂੰ ਬੜੇ ਭਾਰੇ ਲੱਗਿਆ ਕਰਦੇ ਨੇ। ਜਿਹੜੇ ਗੁਰੂ ਤੋਂ ਦਾਤਾਂ ਪ੍ਰਾਪਤ ਕਰਕੇ ਗੁਰੂ ਨੂੰ ਆਪ ਸ਼ੁਕਰਾਨਾ ਨਹੀਂ ਕਰਦੇ, ਉਹ ਧਰਤੀ ਨੂੰ ਬੜੇ ਭਾਰੇ ਲੱਗਦੇ ਨੇ। ਗੁਰੂ ਮਹਾਰਾਜ ਨੇ ਤਾਂ ਐਡੀ ਗੱਲ ਕਹਿ ਦਿੱਤੀ ਕਿ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਨਾਮ ਨਹੀਂ ਜਪਣਾ ਕਰਦਾ, ਉਹ ਇਸ ਧਰਤੀ ਦੇ ਉੱਤੇ ਕਲਯੁਗ ਦੇ ਉੱਤੇ ਪ੍ਰੇਤ ਹੈ, ਤੁਰਦਾ ਫਿਰਦਾ ਪ੍ਰੇਤ ਹੈ। ਤਾਂ ਮਹਾਰਾਜ ਕਹਿਣਾ ਕਰਦੇ ਨੇ ਕਿ ਧਰਤੀ ਵੀ ਜਿਹੜੀ ਹੈ ਉਹ ਭਾਰ ਦੇ ਹੇਠਾਂ ਦੱਬੀ ਹੋਈ ਹੈ, ਪਰ ਹੈ ਗੁਰੂ ਦੇ ਭੈ ਵਿੱਚ, ਇਸੇ ਕਰਕੇ ਉਹ ਭਾਰ ਸਹਾਰੀ ਜਾਂਦੀ। ਪਰ ਜੇ ਗੁਰ ਸੰਗਤ ਜੀ ਗੁਰੂ ਦੇ ਭੈ ਅਧੀਨ ਨਾ ਹੋਵੇ ਤਾਂ ਫਿਰ ਧਰਤੀ ਆਪ ਖਲੋ ਵੀ ਨਹੀਂ ਸਕਦੀ। ਕੋਹ ਕਰੋੜੀ ਭੈ ਵਿੱਚ ਇੰਦ ਫਿਰੈ ਸਿਰ ਭਾਰ, ਤਾਂ ਫਿਰ ਇੰਦਰ ਦੇਵਤਾ ਜਿਹੜਾ ਹੈ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਦੇ ਹੇਠਾਂ ਹੈ। ਸਭ ਜੋ ਸੰਸਾਰ ਵਿੱਚ ਦਿਸ ਰਿਹਾ ਉਹ ਗੁਰੂ ਦੇ ਭੈ ਵਿੱਚ ਹੀ ਹੈ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਮਹਾਰਾਜ ਕਹਿੰਦੇ ਭੈ ਤੋਂ ਨਿਰੇ, ਭੈ ਤੋਂ ਨਿਰਲੇਪ ਤਾਂ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਜੀ ਹਨ।
ਇੱਕ ਉਹ ਭੈ ਦੇ ਵਿੱਚ ਨੇ ਜਿਹੜੇ ਗੁਰੂ ਨੂੰ ਜਪਣਾ ਕਰਦੇ ਨੇ। ਹਾਂ, ਉਹਨਾਂ ਨੂੰ ਸਿਰਫ ਗੁਰੂ ਦਾ ਭੈ ਹੁੰਦਾ, ਸੰਸਾਰ ਦੇ ਲੋਕਾਂ ਦਾ ਭੈ ਉਹਨਾਂ ਨੂੰ ਨਹੀਂ ਹੋਇਆ ਕਰਦਾ, ਨਹੀਂ ਵਿਆਪਦਾ। ਭੈ ਵਿੱਚ ਰਾਜਾ ਧਰਮ ਦੁਆਰ, ਤਾਂ ਆਪ ਜਿਹੜਾ ਧਰਮ ਰਾਜ ਹੈ ਨਾ, ਉਹ ਵੀ ਭੈ ਦੇ ਵਿੱਚ ਹੋਇਆ ਕਰਦਾ ਹੈ। ਕਿਉਂਕਿ ਆਪ ਜਦੋਂ ਉਹਦਾ ਨਿਆਂ ਸਹੀ ਹੋਵੇ ਤਾਂ ਫਿਰ ਤਾਂ ਗੁਰਸੰਗਤ ਜੀ ਫਿਰ ਗੱਲ ਨਹੀਂ ਕੋਈ, ਪਰ ਜੇ ਨਿਆਂ ਸਹੀ ਨਾ ਹੋਵੇ ਤਾਂ ਫਿਰ ਮਾਲਕ ਧਰਮ ਰਾਜ ਤੋਂ ਵੀ ਲੇਖਾ ਲੈ ਲੈਂਦਾ ਹੈ। ਸੋ ਆਪ ਉਸ ਧਰਮ ਰਾਜਿਆਂ ਨੂੰ ਵੀ ਮਾਲਕ ਦਾ ਭੈ ਹੈ, ਮਾਲਕ ਦਾ ਡਰ ਹੈ। ਮਹਾਰਾਜ ਕਹਿਣਾ ਕਰਦੇ ਨੇ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਹੁਕਮ ਵਿਚਾਰ। ਮਹਾਰਾਜ ਕਹਿਣਾ ਕਰਦੇ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਬਈ ਜਿਹੜਾ ਜਿਹਨੇ ਸੰਸਾਰ ਦੇ ਉੱਤੇ ਆ ਕਰਕੇ ਨਾਮ ਨਹੀਂ ਜਪਿਆ, ਐਸੀ ਦੁਸ਼ਟ ਆਤਮਾ ਤੇ ਤੇਰੀ ਸਰਕਾਰ ਹੈ। ਬਈ ਜਿਹੜਾ ਤੂੰ ਉਹਦਾ ਜੋ ਕਰਨਾ ਹੈ ਤੂੰ ਕਰ ਲੈ, ਪਰ ਜਿਹੜਾ ਨਾਮ ਜਪਣ ਵਾਲਾ ਹੈ ਉਹਨੂੰ ਤੂੰ ਕੁਝ ਨਹੀਂ ਕਹਿਣਾ। ਤਾਂ ਜੇ ਨਿਆਂ ਉਲਟ ਹੋ ਜਾਵੇ ਤਾਂ ਫਿਰ ਧਰਮ ਰਾਜ ਨੂੰ ਵੀ ਲੈਣੀਆਂ ਦੀਆਂ ਦੇਣੀਆਂ ਪੈ ਜਾਂਦੀਆਂ ਨੇ। ਤਾਂ ਇਸੇ ਕਾਰਨ ਕਰਕੇ ਧਰਮ ਰਾਜ ਵੀ ਗੁਰਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਵਿੱਚ ਹੈ। ਤੇ ਫਿਰ ਧਰਮ ਰਾਜ ਉਹਨਾਂ ਦੇ ਵੀ ਭੈ ਵਿੱਚ ਆ ਜਾਇਆ ਕਰਦਾ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਸਿਮਰਦੇ ਨੇ, ਜਿਹੜੇ ਉਹਨਾਂ ਨੂੰ ਯਾਦ ਕਰਨਾ ਕਰਦੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਤਾਂ ਇਹ ਸੂਰਜ ਵੀ ਪਰਮੇਸ਼ਰ ਦੇ ਭੈ ਵਿੱਚ, ਗੁਰੂ ਮਹਾਰਾਜ ਜੀਆਂ ਦੇ ਭੈ ਵਿੱਚ ਹੀ ਪੈਦਾ ਹੁੰਦਾ ਤੇ ਸ਼ਾਮ ਨੂੰ ਗੁਰੂ ਮਹਾਰਾਜ ਜੀਆਂ ਦੇ ਹੁਕਮਾਂ ਮੁਤਾਬਕ, ਭੈ ਮੁਤਾਬਕ ਹੀ ਅਸਤ ਹੋਇਆ ਕਰਦਾ, ਡੁੱਬਦਾ ਕਰਦਾ ਹੈ। ਤਾਂ ਚੰਦਰਮਾ ਵੀ ਜੋ ਹੋਇਆ ਕਰਦਾ, ਇਹ ਵੀ ਰਾਤ ਨੂੰ ਦਿਖਣਾ ਸ਼ੁਰੂ ਹੁੰਦਾ ਪਰਮੇਸ਼ਰ ਦੇ ਹੁਕਮ ਸਦਕਾ, ਭੈ ਸਦਕਾ, ਤੇ ਦਿਨ ਚੜ੍ਹਦਿਆਂ ਗਾਇਬ ਅਲੋਪ ਹੋ ਜਾਂਦਾ ਏ ਗੁਰੂ ਦੇ ਭੈ ਕਰਕੇ, ਹੁਕਮ ਕਰਕੇ। ਕੋਹ ਕਰੋੜੀ ਚਲਤ ਨਾ ਅੰਤ, ਤਾਂ ਕਹਿਣਾ ਕਰਦੇ ਨੇ ਇਹ ਸੂਰਜ ਤੇ ਚੰਦਰਮਾ ਕੋਹਾਂ ਦੇ ਕਿੰਨੇ ਹੀ ਕੋਹ, ਕਿੰਨੇ ਹੀ ਕਰੋੜ ਦੂਰੀ ਆਪ ਤੈਅ ਕਰਦੇ ਨੇ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਤਾਂ ਆਪ ਭੈ ਦੇ ਵਿੱਚ ਹੀ ਨੇ ਬੜੇ ਵੱਡੇ ਵੱਡੇ ਸਿੱਧ ਵੀ, ਜਿਹੜੇ ਆਪ ਤਪ ਵੀ ਕਰਦੇ ਨੇ। ਬੜੇ ਵੱਡੇ ਵੱਡੇ ਬੋਧੀ ਮੁਨੀ ਦੇਵੀ ਦੇਵਤੇ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਵਿੱਚ ਹੀ ਨੇ। ਭੈ ਵਿੱਚ ਆ ਡਾਣੇ ਆਕਾਸ਼, ਜਿਹੜਾ ਆਪਣੇ ਉੱਪਰ ਵੱਡਾ ਆਕਾਸ਼ ਨੀਲੇ ਰੰਗ ਦਾ ਅਸੀਂ ਕਹਿ ਦਿੰਦੇ ਆ ਨਾ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਵਿੱਚ ਹੈ। ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਤਾਂ ਜਿੱਦਾਂ ਇਹ ਚੰਦੋਆ ਸਾਹਿਬ ਮਹਾਰਾਜ ਦੇ ਉੱਪਰ ਅਸੀਂ ਆਪ ਲਗਾਉਣਾ ਕਰਦੇ ਹਾਂ, ਉਸ ਪਰਮੇਸ਼ਰ ਨੇ ਵੀ ਸਾਡੇ ਉੱਪਰ ਇੱਕ ਆਕਾਸ਼ ਦੇ ਰੂਪ ਵਿੱਚ ਇੱਕ ਚੰਦੋਆ ਹੀ ਤਾਣਿਆ ਹੋਇਆ। ਤਾਂ ਇਹ ਜੋ ਆਕਾਸ਼ ਹੈ, ਇਹ ਵੀ ਤਣਿਆ ਹੋਇਆ ਜੋ ਆਕਾਸ਼ ਹੈ, ਇਹ ਵੀ ਪਰਮੇਸ਼ਰ ਦੇ ਭੈ ਵਿੱਚ ਹੀ ਹੈ। ਹੁਣ ਬੱਦਲ ਹੋਇਆ ਕਰਦੇ, ਇਹ ਬੱਦਲ ਵੀ ਉਸ ਪਰਮੇਸ਼ਰ ਦੇ ਭੈ ਸਦਕਾ ਹੀ ਚੱਲਣਾ ਕਰਦੇ, ਹਵਾ ਦੇ ਵੇਗ ਕਰਕੇ। ਭੈ ਵਿੱਚ ਜੋਧ ਮਹਾਬਲ ਸੂਰ, ਮਹਾਰਾਜ ਕਹਿਣ ਲੱਗੇ ਕਿ ਬੜੇ ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਦੇ ਅਧੀਨ ਹੀ ਹੋਇਆ ਕਰਦੇ ਨੇ। ਭੈ ਵਿੱਚ ਆਵਹਿ ਜਾਵਹਿ ਪੂਰ, ਤਾਂ ਆਪ ਆਉਂਦੇ ਜਾਂਦੇ ਨੇ। ਐਸੇ ਪੂਰ
ਉਹ ਪਰਮੇਸ਼ਰ ਦੇ ਭੈ ਵਿੱਚ ਹੀ ਹਨ। ਸਗਲਿਆ ਭਉ ਲਿਖਿਆ ਸਿਰਲੇਖ। ਹੁਣ ਆਪ ਸਵਾਲ ਪੈਦਾ ਹੁੰਦਾ ਹੈ, ਹੋਰ ਕਿੰਨੇ ਮਹਾਰਾਜ ਕਹਿੰਦੇ ਕਿੰਨੇ ਕੁ ਐਸੇ ਨੇ ਜਿਹੜੇ ਆਪ ਲੇਖੇ ਦੇ ਵਿੱਚ ਨੇ, ਭਉ ਦੇ ਵਿੱਚ ਨੇ, ਡਰ ਦੇ ਵਿੱਚ ਨੇ। ਤਾਂ ਆਪ ਮਹਾਰਾਜ ਆਖਣ ਲੱਗੇ ਜਿਨ੍ਹਾਂ ਦੇ ਸਿਰ ਉੱਤੇ ਲੇਖ ਲਿਖੇ ਗਏ ਨੇ ਨਾ, ਉਹ ਸਾਰੇ ਹੀ ਭੈ ਦੇ ਵਿੱਚ ਨੇ। ਭਾਵੇਂ ਉਹ ਜੀਵ ਜੰਤ ਹੋਣ, ਭਾਵੇਂ ਉਹ ਮਨੁੱਖ ਹੋਣਾ ਕਰੇ, ਭਾਵੇਂ ਕੋਈ ਵੀ ਹੋਣਾ ਕਰੇ, ਜਿਨ੍ਹਾਂ ਦੇ ਸਿਰ ਉੱਪਰ ਲੇਖ ਲਿਖੇ ਗਏ ਨੇ, ਉਹ ਸਾਰੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੈ ਦੇ ਵਿੱਚ ਹੋਣਾ ਕਰਦੇ। ਜਿਹੜਾ ਭੈ ਦੇ ਵਿੱਚ ਨਹੀਂ, ਗੁਰੂ ਮਹਾਰਾਜ ਜੀਆਂ ਦੀ ਮਰਿਆਦਾ ਵਿੱਚ ਨਹੀਂ ਹੈ, ਤਾਂ ਉਹ ਗੁਰਸੰਗਤ ਜੀ ਚੋਟਾਂ ਹੀ ਖਾਣਾ ਕਰਦਾ ਹੈ। ਮਹਾਰਾਜ ਕਹਿੰਦੇ ਭਾਵੇਂ ਹੁਕਮ ਕਹਿ ਲਈਏ, ਭਾਵੇਂ ਭਾਣਾ ਕਹਿ ਲਈਏ, ਗੱਲ ਇੱਕੋ ਹੀ ਹੈ। ਭਾਵੇਂ ਭੈ ਕਹਿ ਲਈਏ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤਾਂ ਜਿਹੜਾ ਗੁਰੂ ਦੀ ਮਰਿਆਦਾ ਉੱਤੇ, ਗੁਰੂ ਦੀ ਭੈ ਭਾਵਨੀ ਉੱਤੇ ਨਹੀਂ ਚੱਲਣਾ ਕਰਦਾ, ਗੁਰਸੰਗਤ ਜੀ ਉਹ ਵਿਛੜ ਕਰਕੇ ਗੁਰੂ ਮਹਾਰਾਜ ਜੀਆਂ ਤੋਂ ਚੋਟਾਂ ਹੀ ਖਾਂਦਾ ਹੈ, ਖੁਆਰ ਹੀ ਹੋਇਆ ਕਰਦਾ ਹੈ, ਗੁਰੂ ਮਹਾਰਾਜ ਜੀਆਂ ਦੇ ਹੁਕਮਾਂ ਤੇ ਨਾ ਚੱਲ ਕੇ। ਭੈ ਨੂੰ ਗੱਲ ਕਹਿ ਲਈਏ, ਮਰਿਆਦਾ, ਹੁਕਮ, ਭਾਣਾ, ਤੇ ਮਹਾਰਾਜ ਨੇ ਕਿਹਾ ਕਿ ਬਈ ਜਿਹੜਾ ਮਰਿਆਦਾ ਵਿੱਚ ਨਹੀਂ, ਜਿਹੜਾ ਹੁਕਮ ਦੇ ਵਿੱਚ ਨਹੀਂ, ਉਹ ਸਾਡਾ ਸਿੱਖ ਵੀ ਨਹੀਂ। ਰਹਿਤ ਬਿਨਾ ਰਹਿਣੀ ਰਹਿ ਸੋਈ ਸਿੱਖ ਮੇਰਾ। ਉਹ ਸਾਹਿਬ ਹੋ ਤਿਸ ਕਾ ਚਿਹਰਾ। ਮਹਾਰਾਜ ਕਹਿੰਦੇ ਜਿਹੜਾ ਰਹਿਤ ਦੇ ਵਿੱਚ ਹੈ ਉਹ ਸਾਡਾ ਸਿੱਖ ਹੈ। ਰਹਿਤ ਬਿਨਾ ਨਹਿ ਸਿੱਖ ਅਖਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਤਾਂ ਪਰਮੇਸ਼ਰ ਦੇ ਭੈ ਤੋਂ ਬਿਨਾ, ਮਰਿਆਦਾ ਤੋਂ ਬਿਨਾ ਜਿਹੜਾ ਜੀਵ ਹੈ ਉਹ ਦਰ ਦਰ ਦੀਆਂ ਚੋਟਾਂ ਹੀ ਖਾਣਾ ਕਰਦਾ ਹੈ। ਤਾਂ ਮਹਾਰਾਜ ਅਗਾਂਹ ਆਖਣਾ ਕਰਦੇ ਨੇ, ਉਹਨਾਂ ਸਾਰਿਆਂ ਦੇ ਉੱਪਰ ਲੇਖ ਹੈ, ਜਿਨ੍ਹਾਂ ਸਾਰਿਆਂ ਉੱਪਰ ਲੇਖ ਹੈ, ਲੇਖਾ ਦੇਣਾ ਜਿਨ੍ਹਾਂ ਦਾ ਨੀਅਤ ਹੈ, ਉਹਨਾਂ ਸਾਰਿਆਂ ਉਹ ਸਾਰੇ ਭਉ ਦੇ ਅਧੀਨ ਨੇ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਮਹਾਰਾਜ ਪਹਿਲੇ ਪਾਤਸ਼ਾਹ ਜੀ ਸ਼ਲੋਕ ਜੀਆਂ ਦੀ ਸੰਪੂਰਨਤਾਈ ਕਰਦਿਆਂ ਹੋਇਆਂ ਆਖਣਾ ਕਰਦੇ ਨੇ, ਨਿਰਭਉ ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਨ। ਨਿਰੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦਾ ਕੋਈ ਆਕਾਰ ਨਹੀਂ ਹੈ, ਤੋ ਉਹੀ ਨਿਰਭਉ ਹਨ। ਬਾਕੀ ਸਾਰੇ ਭੈ ਦੇ ਅਧੀਨ, ਸਾਰੇ ਬਾਕੀ ਭੈ ਦੇ ਵਿੱਚ ਹਨ। ਸੋ ਗੁਰਸੰਗਤ ਜੀ ਗੁਰੂ ਮਹਾਰਾਜ ਜੀਆਂ ਦੇ ਭੈ ਵਿੱਚ ਰਹਿਣਾ ਕਰੀਏ, ਭੈ ਵਿੱਚ ਰਵਾਂਗੇ ਤਾਂ ਚੰਗੇ ਲੱਗਾਂਗੇ। ਜੇ ਭੈ ਦੇ ਵਿੱਚ ਨਹੀਂ ਤਾਂ ਫਿਰ ਇਨਸਾਨ ਚੰਗਾ ਨਹੀਂ ਹੋਇਆ ਕਰਦਾ, ਫਿਰ ਇਨਸਾਨ ਮਾੜਾ ਬਣ ਜਾਇਆ ਕਰਦਾ ਹੈ। ਸੋ ਗੁਰੂ ਮਹਾਰਾਜ ਜੀਆਂ ਦਾ ਭੈ, ਅਦਬ ਸਤਕਾਰ ਆਪਣੇ ਜੀਵਨ ਵਿੱਚ ਲਿਆਉਣਾ ਕਰੀਏ। ਗੁਰੂ ਮਹਾਰਾਜ ਐਸੀ ਬਖਸ਼ਿਸ਼ ਕਰਨਾ ਕਰਨ। ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਬਖਸ਼ੋ ਅਸੀਸ ਜੀ। ਗਜਾਓ ਫਤਿਹ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਲੇਖੇ ਕਥੈ ਨ ਛੂਟੀਐ ਖੇਨ ਖੇਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਜੀ ਬਖਸ਼ੋ ਅਸੀਸ। ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।